ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਔਰਤਾਂ ਦਾ ਸ਼ੋਸ਼ਣ ਅਤੇ ਨਿਆਂ ਪ੍ਰਣਾਲੀ ਬਾਰੇ ਸਵਾਲ। ਜੀ ਹਾਂ ਦੋਸਤੋ, ਜਿਵੇਂ ਕਿ ਆਪਣੇ ਸਭ ਦੇ ਸਾਹਮਣੇ ਹੀ ਹੈ ਵੀ ਅਸੀਂ ਆਪਣੇ ਸਮਾਜ 'ਚ ਔਰਤ ਨੂੰ ਇੱਕ ਵਿਸ਼ੇਸ਼ ਸਥਾਨ, ਵਿਸ਼ੇਸ਼ ਰੁਤਬਾ, ਵਿਸ਼ੇਸ਼ ਦਰਜਾ ਜਿਹੜਾ ਹੈਗਾ ਦਿੱਤਾ ਹੋਇਆ। ਉਸ ਦੇ ਬਾਵਜੂਦ ਸਾਡੇ ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤਾਂ ਦਾ ਸ਼ੋਸ਼ਣ ਲਗਾਤਾਰ ਜਾਰੀ ਹੈ। ਨਿੱਤ ਕੋਈ ਨਾ ਕੋਈ ਘਟਨਾਵਾਂ ਜਿਹੜੀਆਂ ਹੈਗੀਆਂ ਸੁਣਨ ਨੂੰ ਮਿਲਦੀਆਂ, ਦੇਖਣ ਨੂੰ ਮਿਲਦੀਆਂ। ਉਸ ਦੇ ਬਾਵਜੂਦ ਜਿਹੜਾ ਹੈਗਾ ਨਾ ਤਾਂ ਸਾਡੀਆਂ ਸਰਕਾਰਾਂ ਅਜਿਹੀ ਘਟਨਾਵਾਂ ਨੂੰ ਰੋਕਣ 'ਚ ਕਾਮਯਾਬ ਹੋ ਪਾ ਰਹੀਆਂ, ਨਾ ਹੀ ਚਾਹੇ ਸਾਡੀ ਸਮਾਜਿਕ ਧਾਰਮਿਕ ਜਥੇਬੰਦੀਆਂ ਹੋਣ, ਹੋਰ ਸਮਾਜਿਕ ਆਗੂ ਹੋਣ, ਲੋਕਾਂ ਨੂੰ ਜਾਗਰੂਕ ਕਰਕੇ ਅਜਿਹੀ ਘਟਨਾਵਾਂ 'ਤੇ ਨੱਥ ਪਾਉਣ 'ਚ ਜਿਹੜਾ ਹੈਗਾ ਕਾਮਯਾਬ ਹੋ ਪਾ ਰਹੇ ਨੇ। ਅਤੇ ਲਗਾਤਾਰ ਅਜਿਹੀ ਘਟਨਾਵਾਂ ਦਾ ਦੌਰ ਸਾਡੇ ਸਮਾਜ 'ਚ ਜਾਰੀ ਹੈ। ਜੇ ਗੱਲ ਕਰੀਏ ਤਾਂ ਨਿਰਭਇਆ ਕਾਂਡ ਸਮੇਂ ਜਿਹੜਾ ਹੈਗਾ, ਉਸ ਸਮੇਂ ਇਹ ਮਾਮਲਾ ਬਹੁਤ ਉੱਭਰ ਕੇ ਸਾਹਮਣੇ ਆਇਆ ਸੀ ਵੀ ਕਿ ਔਰਤਾਂ ਨਾਲ ਜਿਹੜਾ ਸ਼ੋਸ਼ਣ ਹੋ ਰਿਹਾ, ਉਹਨਾਂ ਦਾ ਜਬਰ ਜਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ, ਜਾਂ ਹੋਰ ਕਿਸ ਤਰ੍ਹਾਂ ਉਹਨਾਂ 'ਤੇ ਅਤਿਆਚਾਰ ਹੋ ਰਿਹਾ। ਇਹਨਾਂ ਘਟਨਾਵਾਂ 'ਤੇ ਨੱਥ ਪਾਉਣ ਨੂੰ ਲੈ ਕੇ ਜਿਹੜਾ ਹੈ ਸਮਾਜ ਇਕਜੁੱਟ ਹੋਇਆ, ਸਾਰਾ ਦੇਸ਼ ਇਕਜੁੱਟ ਹੋਇਆ, ਸੰਘਰਸ਼ ਹੋਇਆ, ਧਰਨੇ ਦਿੱਤੇ ਗਏ। ਆਖਿਰਕਾਰ ਉਸ ਤੋਂ ਬਾਅਦ ਜਿਹੜਾ ਔਰਤਾਂ ਨਾਲ ਜਬਰ ਜਨਾਹ ਜਾਂ ਔਰਤਾਂ ਨਾਲ ਕੋਈ ਘਟਨਾਵਾਂ ਦਾ ਜਿਹੜਾ ਕਾਨੂੰਨ ਹੈ ਉਹ ਸਖਤ ਕੀਤਾ ਗਿਆ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਕੁਝ ਸਮਾਂ ਜਿਹੜਾ ਹੈਗਾ ਅਜਿਹੀ ਘਟਨਾਵਾਂ 'ਤੇ ਨੱਥ ਪੈਂਦੀ ਦਿਖਾਈ ਦਿੱਤੀ, ਗਿਣਤੀ ਘਟੀ। ਪਰ ਅੱਜ ਮੁੜ ਜਿਹੜਾ ਹੈਗਾ 2022 ਚੱਲ ਰਿਹਾ, ਉਹ ਘਟਨਾਵਾਂ ਜਿਹੜੀਆਂ ਹੈਗੀਆਂ ਨਿੱਤ ਵਾਪਰ ਰਹੀਆਂ ਨੇ, ਨਿੱਤ ਦੇਖਣ ਨੂੰ ਮਿਲ ਰਹੀਆਂ ਨੇ। ਅਜਿਹੀਆਂ ਖਬਰਾਂ ਜਿਹੜੀਆਂ ਹੈਗੀਆਂ ਰੋਜ਼ ਆ ਰਹੀਆਂ ਨੇ ਅਤੇ ਸਾਡੀਆਂ ਸਰਕਾਰਾਂ, ਪੁਲਿਸ ਪ੍ਰਸ਼ਾਸਨ ਉਹਨਾਂ 'ਤੇ ਬਿਲਕੁਲ ਵੀ ਕਾਬੂ ਨਹੀਂ ਪਾ ਰਹੇ। ਜੇ ਗੱਲ ਕਰੀਏ ਇਸ ਸਮੇਂ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਔਰਤਾਂ 'ਤੇ ਅਤਿਆਚਾਰ ਦੀ, ਜਬਰ ਜਨਾਹ ਦੀਆਂ ਘਟਨਾਵਾਂ ਦੀ, ਤਾਂ ਇਸ ਸਮੇਂ ਵੀ ਜਿਹੜਾ ਹੈਗਾ ਅਜਿਹੀ ਘਟਨਾਵਾਂ ਸਾਨੂੰ ਕਈ ਦੇਸ਼ ਭਰ ਦੇ ਵਿੱਚੋਂ ਜਿਹੜਾ ਹੈਗਾ ਸੁਣਨ ਨੂੰ ਮਿਲ ਰਹੀਆਂ ਨੇ, ਖਬਰਾਂ ਆ ਰਹੀਆਂ ਨੇ। ਗੱਲ ਕਰੀਏ ਤਾਂ ਹੁਣੀ ਜਿਹੜਾ ਇੱਕ ਖਬਰ ਆ ਕੇ ਹਟੀ ਹੈ ਵੀ ਕਿ ਛੱਤੀਸਗੜ੍ਹ ਦੇ ਵਿੱਚ ਇੱਕ ਔਰਤ ਨਾਲ ਬਹੁਤ ਹੀ ਬੇਰਹਿਮੀ ਨਾਲ ਜਬਰ ਜਨਾਹ ਕੀਤਾ ਗਿਆ। ਦੱਸਦੀ ਹੈ ਵੀ ਕਿ ਉਹ ਔਰਤ ਇੱਕ ਨਰਸ ਸੀ ਜੋ ਕਿ ਆਪਣੇ ਕੰਮ ਤੋਂ ਆ ਰਹੀ ਸੀ ਅਤੇ ਉਸ ਨਾਲ ਇਸ ਬਹੁਤ ਹੀ ਬੇਰਹਿਮੀ ਨਾਲ ਉਸ ਨਾਲ ਜਬਰ ਜਨਾਹ ਕੀਤਾ ਗਿਆ। ਅਤੇ ਇਸੇ ਤਰ੍ਹਾਂ ਦੀਆਂ ਘਟਨਾਵਾਂ ਦੇਸ਼ 'ਚ ਹੋਰ ਵੀ ਕਈ ਨੇ। ਜੇ ਉਹਨਾਂ ਦੀ ਗਿਣਤੀ ਕਰਨੀ ਸ਼ੁਰੂ ਕਰੀਏ ਤਾਂ ਅੱਜ ਦੇ ਦਿਨ ਦੀ ਬਹੁਤ ਘਟਨਾਵਾਂ ਅਜਿਹੀ ਖਬਰਾਂ ਦੇ ਵਿੱਚ ਸੁਣਨ ਨੂੰ ਮਿਲ ਰਹੀਆਂ ਨੇ ਅਤੇ ਲਗਾਤਾਰ ਇਹੋ ਜਿਹੀਆਂ ਘਟਨਾਵਾਂ ਨਿੱਤ ਸਾਡੇ ਸਾਹਮਣੇ ਆਉਂਦੀਆਂ ਨੇ ਅਤੇ ਸਾਡੀਆਂ ਸਰਕਾਰਾਂ ਅਤੇ ਪੁਲਿਸ ਇਸ ਨੂੰ ਰੋਕ ਨਹੀਂ ਪਾ ਰਹੀਆਂ। ਅਤੇ ਇੰਨਾ ਹੀ ਨਹੀਂ, ਇਹਨਾਂ ਨੂੰ ਰੋਕਣਾ ਤਾਂ ਦੂਰ ਦੀ ਗੱਲ ਹੈ। ਜੇ ਗੱਲ ਕਰੀਏ ਤਾਂ ਅਜਿਹੀ ਘਟਨਾਵਾਂ ਦੇ ਵਿੱਚ ਨਾਮਜ਼ਦ ਕੀਤੇ ਮੁਲਜ਼ਮਾਂ ਨੂੰ ਸਖਤ ਸਜ਼ਾਵਾਂ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਸਰਕਾਰਾਂ ਦਾ ਉਹਨਾਂ ਪ੍ਰਤੀ ਜਿਹੜਾ ਹੈਗਾ ਨਰਮ ਰੁੱਖ ਰਹਿੰਦਾ ਹੈ। ਉਹਨਾਂ ਦੀ ਸਜ਼ਾ ਮਾਫੀ ਦੀ ਗੱਲ ਹੁੰਦੀ ਹੈ, ਰਿਹਾਅ ਕਰਨ ਦੀ ਗੱਲ ਹੁੰਦੀ ਹੈ, ਅਤੇ ਜਿਹੜਾ ਹੈਗਾ ਉਹਨਾਂ ਦੋਸ਼ੀਆਂ ਨੂੰ ਉਸ ਤਰ੍ਹਾਂ ਦੀ ਸਜ਼ਾ ਨਹੀਂ ਦਿੱਤੀ ਜਾ ਪਾਉਂਦੀ ਜੋ ਕਿ ਅਦਾਲਤਾਂ ਵੱਲੋਂ ਸੁਣਾਈਆਂ ਜਾਂਦੀਆਂ ਨੇ। ਅਦਾਲਤਾਂ ਵੱਲੋਂ ਜਿਹੜਾ ਹੈਗਾ ਉਸ ਨੂੰ ਸਜ਼ਾ ਦਾ ਐਲਾਨ ਕੀਤਾ ਜਾਂਦਾ ਹੈ। ਫਿਰ ਉਸ ਦੇ ਬਾਵਜੂਦ ਸਾਡੀਆਂ ਸਰਕਾਰਾਂ ਕਿਤੇ ਨਾ ਕਿਤੇ ਅਜਿਹੇ ਮੁਲਜ਼ਮਾਂ ਵੱਲ ਜਿਹੜਾ ਹੈਗਾ ਇੱਕ ਢਿੱਲ ਦਾ ਰਵੱਈਆ ਜਿਹੜਾ ਹੈਗਾ ਅਖਤਿਆਰ ਕਰਦੀਆਂ ਨੇ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਅਜਿਹਾ ਰਵੱਈਆ ਜਿਹੜਾ ਸਾਡੇ ਸਮਾਜ 'ਤੇ, ਔਰਤਾਂ 'ਤੇ ਜਿਹੜਾ ਹੈਗਾ ਬਹੁਤ ਹੀ ਮਾੜਾ ਅਸਰ ਪਾਉਂਦਾ ਹੈ ਵੀ ਕਿ ਕਿਸ ਤਰ੍ਹਾਂ ਇੱਕ ਬਹੁਤ ਹੀ ਬੇਰਹਿਮੀ ਨਾਲ ਜਬਰ ਜਨਾਹ, ਕਤਲ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਕੁਝ ਸਮਾਂ ਜੇਲ੍ਹ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਕਿਵੇਂ ਆਜ਼ਾਦੀ ਦੇ ਨਾਲ ਘੁੰਮਦੇ ਦਿਖਾਈ ਦਿੰਦੇ ਨੇ। ਅਤੇ ਜਿਹੜੀ ਵੀ ਚਾਹੇ ਔਰਤ ਹੈ, ਲੜਕੀ ਹੈ, ਮੁਟਿਆਰ ਹੈ, ਜਿਨ੍ਹਾਂ ਨਾਲ ਅਜਿਹੀ ਘਟਨਾ ਵਾਪਰਦੀ ਹੈ, ਉਹਨਾਂ ਨੂੰ ਸਾਰੀ ਜ਼ਿੰਦਗੀ ਜਿਹੜਾ ਹੈਗਾ ਆਪਣਾ ਮੂੰਹ ਲੁਕਾਓ ਕੇ ਕਹਿ ਲਈਏ, ਮੂੰਹ ਛੁਪਾ ਕੇ ਕਹਿ ਲਈਏ, ਤੁਰਨਾ ਪੈਂਦਾ ਹੈ। ਉਹਨਾਂ ਦੇ ਮਨ 'ਚ ਹਰ ਸਮੇਂ ਕੋਈ ਨਾ ਕੋਈ ਡਰ ਅਤੇ ਸਹਿਮ ਦਾ ਮਾਹੌਲ ਰਹਿੰਦਾ। ਅਤੇ ਅਜਿਹੀ ਉਦਾਹਰਨਾਂ ਸਾਡੇ ਸਾਹਮਣੇ ਬਹੁਤ ਨੇ। ਜੇ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਬਿਲਕਿਸ ਬਾਨੋ ਕੇਸ ਦੀ ਉਦਾਹਰਨ ਸਾਡੇ ਸਾਹਮਣੇ ਸਭ ਤੋਂ ਅੱਗੇ ਆਉਂਦੀ ਹੈ ਵੀ ਕਿ ਕਿਵੇਂ ਅੱਜ ਤੋਂ 10 ਸਾਲ ਪਹਿਲਾਂ, 10 ਵੀ ਨਹੀਂ 20 ਸਾਲ ਪਹਿਲਾਂ, ਫਰਵਰੀ 2002 ਦੇ ਵਿੱਚ ਜਿਹੜਾ ਹੈਗਾ ਗੁਜਰਾਤ ਦੇ ਵਿੱਚ ਗੋਧਰਾ ਕਾਂਡ ਹੋਇਆ ਸੀ। ਉਹਨਾਂ ਦੰਗਿਆਂ ਤੋਂ ਬਾਅਦ ਕਿਵੇਂ ਇੱਕ ਪਿੰਡ 'ਤੇ ਹਮਲਾ ਹੁੰਦਾ, ਉਸ ਪਿੰਡ 'ਤੇ ਹਮਲਾ ਹੋਣ ਤੋਂ ਬਾਅਦ ਬਿਲਕਿਸ ਬਾਨੋ ਦੇ ਪਰਿਵਾਰ ਦੇ 14 ਜੀਆਂ ਨੂੰ ਦੰਗਈਆਂ ਵੱਲੋਂ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਜਾਂਦੀ ਹੈ। ਅਤੇ ਉਹਨਾਂ 14 ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇੱਕ 3 ਸਾਲ ਦੀ ਧੀ ਹੈ, ਬਜ਼ੁਰਗ ਮਾਂ ਪਿਓ ਸ਼ਾਮਲ ਨੇ, ਜਿਨ੍ਹਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਜਾਂਦਾ। ਅਤੇ ਇਸ ਦੇ ਨਾਲ ਹੀ ਬਿਲਕਿਸ ਬਾਨੋ ਜਿਸ ਦੀ ਕਿ ਆਪਾਂ ਗੱਲ ਕਰ ਰਹੇ ਹਾਂ, ਉਸ ਨਾਲ ਜਬਰ ਜਨਾਹ ਕੀਤਾ ਜਾਂਦਾ। ਉਹ ਵੀ ਉਸ ਸਮੇਂ ਕੀਤਾ ਜਾਂਦਾ ਜਦੋਂ ਕਿ ਉਹ ਗਰਭਵਤੀ ਸੀਗੀ। ਤਾਂ ਉਸ ਨਾਲ ਜਿਹੜਾ ਹੈਗਾ ਉਸਨੂੰ ਕਿੰਨਾ ਦੁੱਖ ਦਾ ਜਿਹੜਾ ਸਾਹਮਣਾ ਕਰਨਾ ਪਿਆ, ਉਹ ਕਿਸੇ ਤੋਂ ਛੁਪਾਏ ਨਹੀਂ ਛੁਪਦਾ। ਅਤੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਉੱਥੇ ਦੇ ਪੁਲਿਸ ਪ੍ਰਸ਼ਾਸਨ ਨੇ ਬਿਲਕਿਸ ਬਾਨੋ ਦੀ ਸ਼ਿਕਾਇਤ ਤੋਂ ਬਾਅਦ ਵੀ ਕੇਸ ਦਰਜ ਨਹੀਂ ਕੀਤਾ,
ਕੋਈ ਕਾਰਵਾਈ ਨਹੀਂ ਕੀਤੀ। ਆਖਿਰਕਾਰ ਉਸ ਨੂੰ ਅਦਾਲਤਾਂ ਦਾ ਦਰਵਾਜ਼ਾ ਖਟਖਟਾਉਣਾ ਪਿਆ ਤੇ ਇਹ ਵੀ ਪਹਿਲਾਂ ਜ਼ਿਲ੍ਹਾ ਅਦਾਲਤ, ਹਾਈ ਕੋਰਟ, ਸੁਪਰੀਮ ਕੋਰਟ ਤੱਕ ਜਾ ਕੇ ਫਿਰ ਸੁਪਰੀਮ ਕੋਰਟ ਦੇ ਹੁਕਮਾਂ ਤੇ CBI ਇਸ ਮਾਮਲੇ ਦੀ ਜਾਂਚ ਕਰਦੀ ਹੈ ਤੇ CBI ਦੀ ਜਾਂਚ ਤੋਂ ਬਾਅਦ ਇਹ ਕੇਸ ਮਹਾਰਾਸ਼ਟਰ ਦੀ ਅਦਾਲਤ ਵਿੱਚ ਚੱਲਿਆ ਤੇ ਉੱਥੇ 13 ਮੁਲਜ਼ਮਾਂ ਨੂੰ ਜਿਹੜਾ ਹੈਗਾ ਸਜ਼ਾ ਸੁਣਾਈ ਗਈ। ਜੇ ਗੱਲ ਕਰੀਏ ਤਾਂ 13 ਮੁਲਜ਼ਮਾਂ ਨੂੰ ਸਜ਼ਾ ਸੁਣਾਈ ਗਈ ਹੈ, ਉਹਨਾਂ 'ਚੋਂ 11 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤੇ ਉਸ ਦੇ ਬਾਵਜੂਦ ਜਦੋਂ ਅਜਿਹੇ ਸੰਗੀਨ ਅਪਰਾਧਾਂ 'ਚ ਸ਼ਾਮਲ ਵਿਅਕਤੀਆਂ ਨੂੰ ਅਦਾਲਤਾਂ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਗੁਜਰਾਤ ਸਰਕਾਰ 75ਵੇਂ ਆਜ਼ਾਦੀ ਦਿਹਾੜੇ ਦੇ ਜਿਹੜਾ ਹੈਗਾ ਮੌਕੇ 'ਤੇ ਉਹਨਾਂ 11 ਦੇ 11 ਮੁਲਜ਼ਮਾਂ ਨੂੰ ਰਿਹਾ ਕਰਨ ਲਈ ਜਿਹੜਾ ਹੈਗਾ ਸਿਫਾਰਿਸ਼ ਕਰਦਾ ਹੈ, ਕੇਂਦਰ ਸਰਕਾਰ ਕੋਲ ਲਿਖ ਕੇ ਭੇਜਦਾ ਵੀ ਕਿ ਇਹਨਾਂ 11 ਦੇ 11 ਮੁਲਜ਼ਮਾਂ ਦਾ ਚਾਲ ਚਲਨ ਵਧੀਆ ਹੈ, ਜੇਲ੍ਹ ਦੇ ਵਿੱਚ ਇਹਨਾਂ ਦਾ ਰਵੱਈਆ ਠੀਕ ਹੈ, ਇਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ। ਵੱਡੀ ਗੱਲ ਇਹ ਆਉਂਦੀ ਹੈ ਜਿਨ੍ਹਾਂ 11 ਜਣਿਆਂ ਨੇ, 11 ਨੂੰ ਤਾਂ ਉਮਰ ਕੈਦ ਹੋਈ ਹੈ, 13 ਜਣਿਆਂ ਨੇ 14 ਜਣਿਆਂ ਦਾ ਕਤਲ ਕਰ ਦਿੱਤਾ ਹੋਵੇ, ਇੱਕ ਗਰਭਵਤੀ ਔਰਤ ਦਾ ਜਿਹੜਾ ਹੈਗਾ ਜਬਰ ਜਨਾਹ ਕੀਤਾ ਹੋਵੇ, ਉਹ ਵੀ ਸਮੂਹਿਕ ਤੌਰ 'ਤੇ ਜਬਰ ਜਨਾਹ ਹੋਇਆ ਹੋਵੇ। ਅਜਿਹੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਜਿਹੜੇ ਨੇ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਦਾ ਚਾਲ ਚੱਲਣ ਵਧੀਆ ਹੋ ਸਕਦਾ ਹੈ, ਕਿਸ ਤਰ੍ਹਾਂ ਉਹਨਾਂ ਨੂੰ ਸਜ਼ਾ ਦੇ ਵਿੱਚ ਰਿਹਾ ਕੀਤਾ ਜਾ ਸਕਦਾ ਹੈ। ਅਤੇ ਇਸ ਦੇ ਨਾਲ ਹੀ ਹੋਰ ਗੱਲਾਂ ਸਾਹਮਣੇ ਆਉਂਦੀਆਂ ਨੇ ਵੀ ਕਿ ਭਾਵੇਂ CBI ਵੀ ਇਸ ਦਾ ਵਿਰੋਧ ਕਰ ਰਹੀ ਹੈ, CBI ਦੇ ਵਿਸ਼ੇਸ਼ ਜੱਜ ਨੇ ਉਹ ਵੀ ਇਸ ਦਾ ਵਿਰੋਧ ਕਰ ਰਹੇ ਨੇ ਵੀ ਕਿ ਹੁਣ ਅਜਿਹੇ ਵਿਅਕਤੀਆਂ ਨੂੰ ਰਿਹਾ ਨਹੀਂ ਕੀਤਾ ਜਾਣਾ ਚਾਹੀਦਾ। ਅਤੇ ਸੁਪਰੀਮ ਕੋਰਟ 'ਚ ਵੀ ਇਸ ਕੇਸ ਦੀ ਸੁਣਵਾਈ ਚੱਲ ਰਹੀ ਹੈ ਵੀ ਕਿ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ, ਨਹੀਂ ਕੀਤਾ ਜਾਣਾ ਚਾਹੀਦਾ। ਦੋਸਤੋ ਇੱਥੇ ਦੋ ਵੱਡੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਵੀ ਇੱਕ ਤਾਂ ਦੇਖੀਏ ਵੀ ਕਿ ਜਿਹੜੇ 11 ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਹਨਾਂ 'ਚੋਂ 11 ਦੇ 11 ਨੂੰ ਜਿਹੜਾ ਹੈਗਾ ਪੁਲਿਸ ਰਿਮਾਂਡ ਦੀ ਗੱਲ ਕਰੀਏ ਤਾਂ ਉਹ ਪੁਲਿਸ ਰਿਮਾਂਡ ਦੇ ਵਿੱਚ 1000 ਦਿਨ ਦੇ ਜਿਹੜਾ ਹੈਗਾ ਰਿਮਾਂਡ ਦੇ ਵਿੱਚ ਰਹਿੰਦੇ ਨੇ। ਇਹ ਆંકੜੇ ਦੱਸਦੇ ਨੇ ਵੀ ਕਿ 1000 ਦਿਨ ਜਿਹੜਾ ਹੈ ਉਹਨਾਂ ਨੂੰ ਰਿਮਾਂਡ 'ਤੇ ਰੱਖਿਆ ਗਿਆ ਸੀ, ਭਾਵ ਜਿਹੜਾ ਹੈਗਾ 3 ਸਾਲ ਤੋਂ ਵੱਧ ਸਮਾਂ ਜਿਹੜਾ ਹੈਗਾ ਉਹ ਰਿਮਾਂਡ 'ਤੇ ਰਹੇ ਨੇ। ਉਸ ਦੇ ਬਾਅਦ ਜਿਹੜਾ ਹੈ ਅਦਾਲਤ ਨੇ ਸਜ਼ਾ ਸੁਣਾਈ ਹੈ ਅਤੇ ਸਜ਼ਾ ਸੁਣਾਉਣ ਦੇ ਨਾਲ ਹੀ ਗੱਲ ਦੇਖੀਏ ਤਾਂ ਇਹਨਾਂ 'ਚ ਇੱਕ ਮੁਲਜ਼ਮ 2020 'ਚ ਪੈਰੋਲ 'ਤੇ ਬਾਹਰ ਆਉਂਦਾ ਅਤੇ ਪੈਰੋਲ 'ਤੇ ਬਾਹਰ ਆਉਣ ਤੋਂ ਬਾਅਦ ਵੀ ਜਿਹੜਾ ਹੈਗਾ ਉਹ ਇੱਕ ਔਰਤ ਨਾਲ ਛੇੜਖਾਨੀ ਦੀ, ਜਿਨਸੀ ਸ਼ੋਸ਼ਣ ਦੀ ਜਿਹੜਾ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਅਤੇ ਇਸ ਬਾਰੇ ਵੀ ਜਿਹੜਾ ਹੈਗਾ ਉੱਥੇ ਦੇ ਲੋਕਲ ਪ੍ਰਸ਼ਾਸਨ ਵੱਲੋਂ ਰਿਪੋਰਟ ਬਣਾ ਕੇ ਪਰਚਾ ਦਰਜ ਕਰਕੇ ਜਿਹੜਾ ਹੈਗਾ ਅਦਾਲਤ ਨੂੰ ਵੀ ਜਾਣੂ ਕਰਾਇਆ ਗਿਆ, ਜੇਲ੍ਹ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ ਗਿਆ। ਉਸ ਦੇ ਬਾਵਜੂਦ ਗੁਜਰਾਤ ਸਰਕਾਰ ਦੀ ਇਸ ਤਰ੍ਹਾਂ ਦੀ ਸਿਫਾਰਿਸ਼ ਕਰਨਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਵੀ ਕਿ ਕਿਵੇਂ ਜਿਹੜਾ ਹੈਗਾ ਇੰਨੀ ਬੇਰਹਿਮੀ ਦੀ ਘਟਨਾ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਬੜੇ ਆਸਾਨੀ ਨਾਲ ਉੱਥੇ ਦੀਆਂ ਸਰਕਾਰਾਂ ਜਿਹੜੀਆਂ ਨੇ ਸਜ਼ਾ ਮਾਫੀ ਲਈ ਕਹਿ ਰਹੀਆਂ ਨੇ। ਪਰ ਹੁਣ ਇਹ ਕੇਸ ਜਿਹੜਾ ਹੈਗਾ ਸੁਪਰੀਮ ਕੋਰਟ 'ਚ ਚੱਲ ਰਿਹਾ, ਦੇਖਣਾ ਇਹੀ ਹੋਵੇਗਾ ਵੀ ਕਿ ਸੁਪਰੀਮ ਕੋਰਟ ਕਿਸ ਤਰ੍ਹਾਂ ਦਾ ਫੈਸਲਾ ਲੈਂਦੀ ਹੈ। ਪਰ ਜੇ ਗੱਲ ਕਰੀਏ ਮਾਹਰਾਂ ਦੀ ਇੱਕ ਮੰਨਣਾ ਹੈ, ਆਸ ਹੈ ਸਭ ਨੂੰ ਕਿ ਸੁਪਰੀਮ ਕੋਰਟ ਇਸ ਬਾਰੇ ਕੋਈ ਨਾ ਕੋਈ ਸਖਤ ਫੈਸਲਾ, ਸਖਤ ਟਿੱਪਣੀ ਕਰੇਗੀ। ਜਾਂ ਇੰਨਾ ਵੀ ਹੋ ਸਕਦਾ ਉਹਨਾਂ ਦਾ ਮੰਨਣਾ ਵੀ ਕਿ ਸੁਪਰੀਮ ਕੋਰਟ ਜਿਹੜੀਆਂ ਸੂਬਾ ਸਰਕਾਰਾਂ ਨੂੰ ਸ਼ਕਤੀਆਂ ਦਿੱਤੀਆਂ ਹੋਈਆਂ ਵੀ ਕਿ ਉਹ ਕਿਸੇ ਵੀ ਮੁਲਜ਼ਮ ਦੀ ਸਜ਼ਾ ਜਿਹੜੀ ਹੈਗੀ ਮਾफ़ ਕਰ ਸਕਦੀ ਹੈ, ਕਿਸੇ ਨੂੰ ਰਿਹਾ ਕਰ ਸਕਦੀ ਹੈ ਵਿਸ਼ੇਸ਼ ਮੌਕੇ 'ਤੇ। ਇਹਨਾਂ ਉਹ ਸੂਬਾ ਸਰਕਾਰਾਂ ਦੀ ਅਜਿਹੀ ਸ਼ਕਤੀਆਂ ਤੱਕ ਵਾਪਸ ਲੈ ਸਕਦੀ ਹੈ। ਇਹੋ ਜਿਹਾ ਜਿਹੜੇ ਮਾਹਰ ਆਸ ਕਰ ਰਹੇ ਨੇ ਵੀ ਕਿ ਸੁਪਰੀਮ ਕੋਰਟ ਇਹੋ ਜਿਹਾ ਇੱਕ ਇਤਿਹਾਸਕ ਫੈਸਲਾ ਲੈ ਸਕਦੀ ਹੈ, ਕਿਉਂਕਿ ਜਿਹੜੇ ਮੁਲਜ਼ਮਾਂ ਨੇ 14 ਵਿਅਕਤੀਆਂ ਦਾ ਕਤਲ ਕੀਤਾ ਹੋਵੇ, ਇੱਕ ਗਰਭਵਤੀ ਔਰਤਾਂ ਨਾਲ ਸਮੂਹਿਕ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਵੇ, ਉਹਨਾਂ ਨੂੰ ਸਾਰੇ ਹੀ ਮੰਗ ਕਰ ਰਹੇ ਨੇ ਵੀ ਕਿ ਰਿਹਾ ਨਾ ਕੀਤਾ ਜਾਵੇ। ਅਤੇ ਇਸ ਦੇ ਨਾਲ ਹੀ ਇੱਕ ਹੋਰ ਦੇਖੀਏ ਤਾਂ ਸਾਡੇ ਗੁਆਂਢੀ ਸੂਬੇ ਦੇ ਵਿੱਚ ਧਾਰਮਿਕ ਸੰਪਰਦਾਇ ਨਾਲ ਜੁੜੇ ਜਿਹੜਾ ਇੱਕ ਸੀਨੀਅਰ ਕਹਿ ਦਈਏ ਵੀ ਕਿ ਸੰਪਰਦਾਇ ਦੇ ਮੁਖੀ ਨੂੰ ਵੀ ਜਿਹੜਾ ਹੈਗਾ ਇੱਕ ਗੰਭੀਰ ਦੋਸ਼ਾਂ 'ਚ ਜੇਲ੍ਹ 'ਚ ਬੰਦ ਨੇ, ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਨੇ। ਉਹਨਾਂ ਨੂੰ ਵੀ ਜਿਹੜਾ ਹੈਗਾ ਪੈਰੋਲ 'ਤੇ ਬਾਹਰ ਭੇਜਿਆ ਗਿਆ, ਜੋ ਕਿ ਪੈਰੋਲ 'ਤੇ ਆਉਣ ਤੋਂ ਬਾਅਦ ਵੱਡੇ ਵੱਡੇ ਧਾਰਮਿਕ ਸਮਾਗਮ ਕਰ ਰਹੇ ਨੇ, ਜਿੱਥੇ ਵੱਡੇ ਵੱਡੇ ਸਿਆਸੀ ਆਗੂ ਵੀ ਪਹੁੰਚ ਰਹੇ ਨੇ। ਇਹ ਵੀ ਜਿਹੜਾ ਹੈਗਾ ਸਮਾਜ ਦੇ ਲੋਕਾਂ 'ਤੇ ਮਨਾਂ 'ਤੇ ਜਿਹੜਾ ਇੱਕ ਚੋਟ ਮਾਰਨ ਦਾ ਕੰਮ ਕਰਦਾ, ਇੱਕ ਠੇਸ ਪਹੁੰਚਾਉਂਦਾ ਵੀ ਕਿ ਕਿਵੇਂ ਇੱਕ ਗੰਭੀਰ ਅਪਰਾਧਾਂ 'ਚ ਸ਼ਾਮਲ ਵਿਅਕਤੀ ਜਿਨ੍ਹਾਂ ਨੂੰ ਅਦਾਲਤਾਂ ਵੱਲੋਂ ਸਜ਼ਾ ਸੁਣਾਈ ਗਈ ਹੋਵੇ ਉਹਨਾਂ ਨੂੰ ਪੈਰੋਲ 'ਤੇ ਭੇਜਿਆ ਜਾਂਦਾ ਅਤੇ ਪੈਰੋਲ 'ਤੇ ਆਉਣ ਤੋਂ ਬਾਅਦ ਵੀ ਉਹ ਜਨਤਕ ਸਮਾਗਮ ਕਰਦੇ ਨੇ। ਅਤੇ ਇਹ ਵੀ ਇੱਕ ਵਿਚਾਰਨਯੋਗ ਗੱਲ ਹੈ ਇਹਨਾਂ ਦੀ। ਇਸ ਬਾਰੇ ਵੀ ਜਿਹੜਾ ਹੈਗਾ ਚਰਚਾ ਜਿਹੜੀ ਵੱਖ-ਵੱਖ ਥਾਵਾਂ 'ਤੇ ਚੱਲ ਰਹੀ ਹੈ। ਇਸ ਤੋਂ ਇਲਾਵਾ ਵੀ ਗੱਲ ਕਰੀਏ ਤਾਂ ਸਾਡੇ ਕਈ ਹੋਰ ਧਾਰਮਿਕ ਆਗੂ ਜਿਨ੍ਹਾਂ 'ਤੇ ਅਜਿਹੇ ਸੰਗੀਨ ਅਪਰਾਧ ਜਿਹੜੇ ਨੇ ਅਪਰਾਧਾਂ 'ਚ ਸ਼ਾਮਲ ਨੇ, ਉਸ ਬਾਰੇ ਵੱਖ-ਵੱਖ ਅਦਾਲਤਾਂ 'ਚ ਸੁਣਵਾਈ ਚੱਲ ਰਹੀ ਹੈ ਅਤੇ ਉਹ ਵੀ ਹਲੇ ਵਿਚਾਰ ਅਧੀਨ ਹੈ ਅਤੇ ਉਸ ਬਾਰੇ ਵੀ ਕਈ ਤਰ੍ਹਾਂ ਦੀ ਟਿੱਪਣੀਆਂ ਸਾਹਮਣੇ ਆਉਂਦੀਆਂ। ਪਰ ਅਜਿਹੀ ਘਟਨਾਵਾਂ ਨੂੰ ਦੇਖ ਕੇ ਇੱਕ ਗੱਲ ਸਪਸ਼ਟ ਹੈ ਵੀ ਕਿ ਸਾਡੇ ਸਮਾਜ ਨੂੰ ਜਾਂ ਸਾਡੇ ਸਰਕਾਰਾਂ ਨੂੰ ਇਸ ਬਾਰੇ ਧਿਆਨ ਦੇਣ ਦੀ ਲੋੜ ਹੈ, ਇਸ ਬਾਰੇ ਕੁਛ ਨਾ ਕੁਛ ਸੋਚਣ ਦੀ ਲੋੜ ਹੈ
ਤੇ ਸਾਡੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੂੰ ਵੀ ਇਸ ਬਾਰੇ ਜਿਹੜਾ ਹੈਗਾ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤੇ ਅਜਿਹੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਬਾਰੇ ਕੋਈ ਵਿਸ਼ੇਸ਼ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ। ਚਾਹੇ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ, ਚਾਹੇ ਹੋਰ ਕੋਈ ਸਖਤ ਜਿਹੜਾ ਹੈਗਾ ਇਸ ਤਰ੍ਹਾਂ ਦਾ ਫੈਸਲਾ ਲਿੱਤਾ ਜਾਵੇ ਤਾਂ ਜੋ ਸਮਾਜ ਵਿੱਚ ਅਜਿਹੀ ਘਿਨੌਨੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੇ ਉਹ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਜਿਹੜਾ ਹੈਗਾ ਰੁਕ ਸਕਣ, ਇਹਨਾਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਦੂਜੀ ਗੱਲ ਇਹ ਆਉਂਦੀ ਹੈ ਵੀ ਕਿ ਅਜਿਹੀ ਘਟਨਾਵਾਂ ਸਾਡੇ ਸਮਾਜ 'ਚ ਨਿੱਤ ਵਾਪਰਦੀਆਂ ਨੇ, ਪਰ ਸਾਡੀਆਂ ਸਮਾਜਿਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਜਾਂ ਸਾਡੇ ਸਮਾਜਿਕ ਆਗੂ ਕੋਈ ਟਿੱਪਣੀ ਕਰਨ ਤੋਂ ਜਿਹੜਾ ਗੁਰੇਜ਼ ਕਰਦੇ ਨੇ, ਪਿੱਛੇ ਹਟੇ ਹੋਏ ਨੇ। ਲੋੜ ਇਹੀ ਹੈ ਵੀ ਕਿ ਜਿਵੇਂ ਨਿਰਭਇਆ ਹੱਤਿਆ ਮਾਮਲਾ ਹੋਇਆ ਸੀ, ਉਸ ਸਮੇਂ ਦੇਸ਼ ਭਰ ਦੀਆਂ ਸਮਾਜਿਕ ਜਥੇਬੰਦੀਆਂ ਇਕਜੁੱਟ ਹੋਈਆਂ, ਚਾਹੇ ਉਹ ਔਰਤਾਂ ਨਾਲ ਸੰਬੰਧਿਤ ਜਥੇਬੰਦੀਆਂ ਸੀ, ਮਰਦਾਂ ਨਾਲ ਸੀਗੀਆਂ, ਸਮਾਜਿਕ ਜਥੇਬੰਦੀਆਂ ਵੱਖ-ਵੱਖ ਖੇਤਰਾਂ 'ਚ ਜਥੇਬੰਦੀਆਂ ਸੀ। ਉਹਨਾਂ ਨੇ ਇਕੱਠੇ ਹੋ ਕੇ ਇੱਕ ਸੰਘਰਸ਼ ਵਿੱਢਿਆ, ਦੇਸ਼ ਭਰ ਦੇ ਵਿੱਚ ਕੈਂਡਲ ਮਾਰਚ ਕੱਢੇ ਗਏ, ਸਰਕਾਰਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਹੋਏ। ਤਾਂ ਉਸ ਦਾ ਨਤੀਜਾ ਇਹ ਸੀ, ਸਰਕਾਰਾਂ ਨੂੰ ਕੋਈ ਠੋਸ ਰਣਨੀਤੀ ਬਣਾਉਣੀ ਪਈ, ਇੱਕ ਕਾਨੂੰਨ ਬਣਾਉਣਾ ਪੈ ਗਿਆ ਸੀ। ਇਹ ਲੋਕਾਂ ਦਾ ਏਕਾ ਸੀ। ਤਾਂ ਲੋੜ ਇਹ ਹੁਣ ਵੀ ਹੈ ਵੀ ਕਿ ਚਾਹੇ ਬਿਲਕਿਸ ਬਾਨੋ ਵਾਲਾ ਕੇਸ ਹੋ, ਚਾਹੇ ਸਾਡੇ ਗੁਆਂਢੀ ਸੂਬੇ ਦਾ ਕੇਸ ਹੋ, ਜਾਂ ਹੋਰ ਦੇਸ਼ 'ਚ ਵੱਖ-ਵੱਖ ਜਿਹੜੇ ਇਸ ਤਰ੍ਹਾਂ ਦੇ ਘਟਨਾਵਾਂ ਨਾਲ ਸੰਬੰਧਿਤ ਕੇਸ ਨੇ, ਉਹਨਾਂ ਕੇਸਾਂ ਦੇ ਖਿਲਾਫ ਇਕੱਠੇ ਹੋ ਕੇ ਆਵਾਜ਼ ਬੁਲੰਦ ਕੀਤੀ ਜਾਵੇ। ਅਤੇ ਇਸ ਦੇ ਨਾਲ ਹੀ ਜਿਹੜਾ ਵੱਡੀ ਗੱਲ ਇਹ ਵੀ ਹੈ ਕਿ ਸਾਡੇ ਸਮਾਜ ਨੂੰ ਔਰਤਾਂ ਦੇ ਪ੍ਰਤੀ ਸੋਚ ਬਦਲਣ ਦੀ ਲੋੜ ਹੈ, ਕਿਉਂਕਿ ਸਾਡਾ ਮਰਦ ਪ੍ਰਧਾਨ ਦੇਸ਼ ਹੈ ਅਤੇ ਮਰਦ ਪ੍ਰਧਾਨ ਦੇਸ਼ ਦੇ ਵਿੱਚ ਅਕਸਰ ਔਰਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ, ਉਹਨਾਂ ਦੇ ਹੱਕਾਂ ਤੋਂ ਉਹਨਾਂ ਤੋਂ ਦੂਰ ਰੱਖਿਆ ਜਾਂਦਾ। ਲੋੜ ਇਹੀ ਹੈ ਔਰਤਾਂ ਨੂੰ ਵੀ ਜਿਹੜਾ ਮਰਦਾਂ ਦੇ ਬਰਾਬਰ ਅਧਿਕਾਰ ਨੇ, ਉਹਨਾਂ ਨੂੰ ਉਹਨਾਂ ਦੇ ਅਧਿਕਾਰ ਮਿਲਣੇ ਚਾਹੀਦੇ ਨੇ, ਚਾਹੇ ਉਹ ਪੜ੍ਹਾਈ ਦੇ ਖੇਤਰ 'ਚ ਹੋਣ, ਰੁਜ਼ਗਾਰ ਦੇ ਖੇਤਰ 'ਚ ਹੋਣ ਜਾਂ ਸਮਾਜਿਕ ਖੇਤਰ ਦੇ ਵਿੱਚ ਹੋਣ। ਤਾਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦੇਣੇ ਚਾਹੀਦੇ ਨੇ। ਇਹ ਜ਼ਿੰਮੇਵਾਰੀ ਬਣਦੀ ਹੈ ਸਾਡੀਆਂ ਸਰਕਾਰਾਂ ਦੀ, ਸਾਡੇ ਸਮਾਜਿਕ ਜਥੇਬੰਦੀਆਂ ਦੀ ਵੀ ਕਿ ਉਹ ਲੋਕਾਂ ਨੂੰ, ਸਾਡੇ ਸਮਾਜ ਨੂੰ ਜਾਗਰੂਕ ਕਰਨ ਵੀ ਕਿ ਔਰਤਾਂ ਦੇ ਇਹ ਅਧਿਕਾਰ ਨੇ ਅਤੇ ਉਹਨਾਂ ਨੂੰ ਇਹ ਅਧਿਕਾਰ ਮਿਲਣੇ ਚਾਹੀਦੇ ਨੇ। ਪਰ ਦੇਖਣਾ ਇਹੀ ਹੋਵੇਗਾ ਵੀ ਕਿ ਅਕਸਰ ਅਜਿਹੀ ਘਟਨਾਵਾਂ ਵਾਪਰਦੀਆਂ ਨੇ, ਦੇਖਣ ਨੂੰ ਮਿਲਦੀਆਂ ਨੇ, ਪਰ ਸਾਡੀਆਂ ਸਰਕਾਰਾਂ ਕੋਈ ਉਸ 'ਤੇ ਸਖਤ ਕਦਮ ਲੈਣ ਤੋਂ ਗੁਰੇਜ਼ ਕਰਦੀਆਂ ਨੇ, ਪਿੱਛੇ ਹਟਦੀਆਂ ਨੇ। ਵੀ ਕਿ ਲੋੜ ਇਹੀ ਹੈ ਸਾਡੀਆਂ ਸਰਕਾਰਾਂ ਵੀ ਅਜਿਹੇ ਅਪਰਾਧਾਂ ਦੇ ਖਿਲਾਫ ਜਿਹੜਾ ਹੈ ਸਖਤ ਐਕਸ਼ਨ ਲੈਣ, ਸਖਤ ਜਿਹੜਾ ਹੈਗਾ ਕਾਰਵਾਈ ਕਰਨ, ਚਾਹੇ ਉਹ ਕੋਈ ਵੀ ਸਿਆਸੀ ਆਗੂ ਨਾਲ ਸੰਬੰਧਿਤ ਹੋਵੇ, ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਸੰਬੰਧਿਤ ਹੋਵੇ, ਜਾਂ ਕੋਈ ਵੀ ਕਾਰੋਬਾਰੀ ਨਾਲ ਜਿਹੜਾ ਹੈ ਰਈਸ ਵਿਅਕਤੀ ਨਾਲ ਸੰਬੰਧਿਤ ਹੋਵੇ। ਸਭ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਹੈ ਬਰਾਬਰ ਹੋਣੀ ਚਾਹੀਦੀ ਹੈ, ਕਿਉਂਕਿ ਅੱਜ ਦੇ ਸਮੇਂ ਦੇਖੀਏ ਤਾਂ ਗਰੀਬ ਨਾਲ ਜਿਹੜਾ ਹੈਗਾ ਅਕਸਰ ਧੱਕਾ ਹੁੰਦਾ ਦਿਖਦਾ ਹੈ ਵੀ ਕਿ ਨਾ ਤਾਂ ਪੁਲਿਸ ਸੁਣਦੀ ਹੈ, ਨਾ ਪ੍ਰਸ਼ਾਸਨ ਸੁਣਦਾ ਹੈ। ਉਹਨੂੰ ਆਪਣੀ ਸੁਣਵਾਈ ਲਈ ਲਗਾਤਾਰ ਸੰਘਰਸ਼ ਕਰਨਾ ਪੈਂਦਾ, ਥਾਣਿਆਂ ਦੇ, SSP ਦਫ਼ਤਰਾਂ ਦੇ, DC ਦਫ਼ਤਰਾਂ 'ਚ ਧੱਕੇ ਖਾਣੇ ਪੈਂਦੇ ਨੇ, ਪਰ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ। ਅਤੇ ਦੂਜੇ ਪਾਸੇ ਦੇਖਦੇ ਹਾਂ, ਚਾਹੇ ਉਹ ਪੋਲੀਟੀਸ਼ੀਅਨ ਹੋਣ, ਬਿਊਰੋਕਰੇਟਸ ਹੋਣ ਜਾਂ ਵੱਡੇ ਇੰਡਸਟਰੀਲਿਸਟ ਹੋਣ, ਉਹ ਫੋਨਾਂ 'ਤੇ ਬੈਠੇ ਆਪਣੇ ਕੰਮ ਥਾਣਿਆਂ ਦੇ ਵਿੱਚੋਂ, ਸਰਕਾਰੀ ਦਫ਼ਤਰਾਂ 'ਚੋਂ ਕਰਵਾ ਲੈਂਦੇ ਨੇ। ਤਾਂ ਲੋੜ ਇਸ ਦੀ ਵੀ ਹੈ ਵੀ ਕਿ ਥਾਣਿਆਂ ਦੇ ਵਿੱਚ ਹੋਣ, ਚਾਹੇ ਸਰਕਾਰੀ ਦਫ਼ਤਰਾਂ 'ਚ, ਹਰ ਵਿਅਕਤੀ ਨੂੰ ਜਿਹੜਾ ਹੈਗਾ ਇੱਕ ਬਰਾਬਰ ਨਜ਼ਰ ਨਾਲ ਦੇਖਿਆ ਜਾਵੇ, ਬਰਾਬਰ ਅਧਿਕਾਰ ਜਿਹੜੇ ਨੇ ਉਹਨਾਂ ਨੂੰ ਦਿੱਤੇ ਜਾਣ। ਅਤੇ ਦੇਖਣਾ ਇਹੀ ਹੋਵੇਗਾ ਵੀ ਕਿ ਸਾਡੀਆਂ ਸਰਕਾਰਾਂ ਇਸ ਬਾਰੇ ਕਿੰਨਾ ਕੁ ਸੋਚਦੀਆਂ ਨੇ, ਨਹੀਂ ਤਾਂ ਅਤੇ ਇਸ ਦੇ ਨਾਲ ਹੀ ਸਾਡਾ ਬੁੱਧੀਜੀਵੀ ਵਰਗ ਇਸ 'ਤੇ ਕਿੰਨਾ ਕੁ ਚਿੰਤਾ ਜਿਹੜੇ ਕਰਦਾ, ਇਸ 'ਤੇ ਹੱਲ ਕਿੰਨੇ ਕੁ ਲੱਭਦਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੰਜਾਬੀ ਟ੍ਰਿਬਿਊਨ ਲਗਾਤਾਰ ਤੁਹਾਡੇ ਤੱਕ ਜਨਤਕ ਮੁੱਦਿਆਂ ਨੂੰ ਅਤੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਆਉਂਦਾ ਰਹੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ 'ਤੇ ਫਿਰ ਗੱਲ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।